व्यूअर्स फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਸਾਡੀ ਪਹਿਲੀ ਈਮੇਲ ਆਈ ਹੈ ਪੰਜਾਬ ਤੋਂ ਵੀਰ ਅਮਰਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਆਪ ਜੀ ਨੂੰ ਕੁਝ ਤਸਵੀਰਾਂ ਭੇਜ ਰਿਹਾ ਹਾਂ। ਇਸ ਵਿੱਚੋਂ ਇੱਕ ਤਸਵੀਰ ਵਿੱਚ ਸੁਖਜੀਤ ਪਾਲ ਸਿੰਘ ਨਾਮੀ ਇੱਕ ਬੰਦੇ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਤੇ ਪਬਲਿਸਿਟੀ ਵਾਸਤੇ ਮਹਾਰਾਜਾ ਦਲੀਪ ਸਿੰਘ ਦੀ ਨਕਲ ਕੀਤੀ ਹੈ। ਇਸ ਵਿੱਚ ਉਸਨੇ ਦਲੀਪ ਸਿੰਘ ਦੀ ਕਿਰਪਾਨ ਦੀ ਜਗ੍ਹਾ ਝਾੜੂ ਫੜਿਆ ਹੋਇਆ ਹੈ ਅਤੇ ਕਲਗੀ ਦੀ ਥਾਂ ਸਕਰੂ ਡਰਾਈਵਰ ਲਗਾਇਆ ਹੋਇਆ ਹੈ। ਇਹ ਆਮ ਆਦਮੀ ਪਾਰਟੀ ਰਹਿੰਦਾ ਖੁੰਦਾ ਵੀ ਸਿੱਖਾਂ ਦਾ ਹਾਲ ਮਾੜਾ ਕਰ ਦੇਵੇਗੀ। ਜੇ ਤੁਸੀਂ ਇਸ ਤਸਵੀਰ ਨੂੰ ਸ਼ੋਅ 'ਚ ਦਿਖਾ ਸਕੋ ਤਾਂ ਜ਼ਰੂਰ ਵਿਖਾਓ, ਤਾਂ ਜੋ ਜਿਨ੍ਹਾਂ ਨੇ ਨਹੀਂ ਵੇਖੀ ਵੇਖ ਸਕਣ। ਇਹ ਆਮ ਆਦਮੀ ਪਾਰਟੀ ਹੱਥ ਵਿੱਚ ਸ਼ਸਤਰ ਦੀ ਥਾਂ ਝਾੜੂ ਫੜਾ ਦੇਵੇਗੀ। ਖਾਲਿਸਤਾਨ ਦੀ ਗੱਲ ਪੰਜਾਬ ਵਿੱਚ ਦਿਨੋਂ ਦਿਨ ਘਟਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵਿੱਚ ਬੜੇ ਸਿੱਖ ਵੀ ਹੁਣ ਖਾਲਿਸਤਾਨ ਤੋਂ ਬਿਨਾਂ ਆਪਣਾ ਗੁਜ਼ਾਰਾ ਸਮਝ ਰਹੇ ਨੇ। ਮੈਨੂੰ ਇਹ ਆਮ ਆਦਮੀ ਪਾਰਟੀ RSS ਨਾਲੋਂ ਵੀ ਖਤਰਨਾਕ ਲੱਗ ਰਹੀ ਹੈ। ਬਾਕੀ ਤੁਸੀਂ ਆਪ ਜਾਣਦੇ ਹੋ। ਇੱਕ ਇੰਟਰਨੈਟ ਸਾਈਟ ਤੇ ਮੈਂ ਖਬਰ ਵੇਖੀ ਹੈ ਕਿ ਪਾਕਿਸਤਾਨ ਵਿੱਚ ਇੱਕ ਸਿੱਖ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਸਿੱਖ ਪ੍ਰੋਟੈਸਟ ਕਰਦੇ ਵਿਖਾਏ ਗਏ ਸੀ। ਇਸ ਤੇ ਕਮੈਂਟ ਸੀ ਕਿ ਸਿੱਖ ਪਾਕਿਸਤਾਨ ਵਿੱਚ ਸੇਫ ਨਹੀਂ ਹਨ, ਉਹਨਾਂ ਨੂੰ ਇੰਡੀਆ ਵਿੱਚ ਮਾਈਗ੍ਰੇਟ ਕਰਵਾਉਣਾ ਚਾਹੀਦਾ ਹੈ। ਅਗਲੇ ਦਿਨ ਅੰਮ੍ਰਿਤਸਰ ਵਿੱਚ ਇੱਕ ਅੰਮ੍ਰਿਤਧਾਰੀ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਨੂੰ ਸਾਰੇ ਵੇਖ ਸਕਦੇ ਹਨ। ਸਿੱਖਾਂ ਨੂੰ ਕਦੋਂ ਸਮਝ ਆਵੇਗੀ? ਇਉਂ ਜਾਪਦਾ ਹੈ ਕਿ ਸਿੱਖਾਂ ਨੇ ਸੋਚਣਾ ਹੀ ਬੰਦ ਕਰ ਦਿੱਤਾ ਹੈ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਨੇ ਜਿਹੜੀਆਂ ਤਸਵੀਰਾਂ ਭੇਜੀਆਂ ਨੇ ਉਹਨਾਂ ਦੇ ਵਿੱਚ ਪਹਿਲੀ ਤਸਵੀਰ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜਿਹੜੇ ਕਿ ਜਦੋਂ ਇੰਗਲੈਂਡ ਦੇ ਵਿੱਚੋਂ ਪਹੁੰਚੇ ਤੇ ਕਿਵੇਂ ਕੁਈਨ ਵਿਕਟੋਰੀਆ ਨੇ ਉਸ ਵੇਲੇ ਆਪਣੇ ਜਿਹੜਾ ਉਹਨਾਂ ਦਾ ਦਰਬਾਰੀ ਪੇਂਟਰ ਸੀ ਉਹਨੂੰ ਸੱਦ ਕੇ ਉਹਨਾਂ ਦਾ ਪੋਰਟਰੇਟ ਬਣਾਇਆ ਆਰਟਿਸਟ ਤੋਂ ਜੀ। ਉਸੇ ਹੀ ਨਕਲ ਦੇ ਉੱਤੇ ਉਵੇਂ ਹੀ ਦਲੀਪ ਸਿੰਘ ਦੀ ਤਰ੍ਹਾਂ ਜਿਹੜਾ ਇੱਕ ਲੱਕ ਦੇ ਦੁਆਲੇ ਰਾਇਲ ਕਲੋਥ ਬੰਨਿਆ ਹੋਇਆ ਹੈ, ਸਿਰ ਦੇ ਉੱਤੇ ਪੱਗ ਜਿਹੜੀ ਕਲਗੀ ਸੀ ਉਹਦੀ ਥਾਂ ਤੇ ਸਕਰੂ ਡਰਾਈਵਰ ਹੈ ਔਰ ਉਹਨੇ ਸਾਈਡ ਤੇ 3 ਫੁੱਟੀ ਕਿਰਪਾਨ ਸੀ ਜਿਸ ਦੀ ਥਾਂ ਤੇ ਝਾੜੂ ਹੈ। ਮੈਂ ਚਾਹਾਂਗਾ ਕਿ ਤੁਸੀਂ ਉਸ ਤਸਵੀਰ ਨੂੰ ਜੀ ਦਰਸ਼ਕ ਦੇਖ ਰਹੇ ਨੇ ਜੀ। ਔਰ ਇਹ ਇੱਕ ਬੜੀ ਦੁਖਦਾਈ ਗੱਲ ਹੈ ਕਿ ਜਿਸ ਕੌਮ ਨੂੰ ਰਾਇਲਟੀ ਗੁਰੂ ਨੇ ਦਿੱਤੀ, ਬਾਦਸ਼ਾਹਤ ਦਿੱਤੀ, ਜੀ ਜੀ, ਕਿਰਪਾਨ ਦਿੱਤੀ और इन गरीब सिखन को देऊं पातशाही ये याद रखें हमरी गुरियाई ये वडियाई दिती। अज असी इस लैवल तक चले गए हैं कि उस बादशाहत दी स्ट्रगल नूं जिहदे लई ਲੱਖ 1.5 ਲੱਖ ਤੋਂ ਜ਼ਿਆਦਾ ਸਿੰਘ ਸਿੰਘਣੀਆਂ ਨੇ ਸ਼ਹੀਦੀ ਪਾਈ ਹੈ, ਅਸੀਂ ਉਸ ਨੂੰ ਛੱਡ ਕੇ ਹੱਥ ਦੇ ਵਿੱਚ ਝਾੜੂ ਫੜ ਕੇ ਔਰ ਕਲਗੀ ਦੀ ਥਾਂ ਤੇ ਇਹ ਸਕਰੂ ਡਰਾਈਵਰ ਜਿਹੜਾ ਹੈ ਇਸ ਦੇ ਨਾਲ ਅਸੀਂ ਕੀ ਮੈਸੇਜ ਦੇ ਰਹੇ। ਔਰ ਅਫਸੋਸ ਇਸ ਗੱਲ ਦਾ ਨਹੀਂ ਹੈ ਕਿ ਵੀ ਇਹ ਤਾਂ ਚਲੋ ਕੋਈ ਸ਼ੌਕ ਕਿਸਮ ਦਾ ਬੰਦਾ ਜਿਹੜਾ ਕਿ ਉੱਥੇ ਚੌਂਕ ਦੇ ਵਿੱਚ ਖੜਾ ਸੀ ਉਸ ਮਾਲਵਾ ਬੈਲਟ ਦੇ ਵਿੱਚ ਇਹ ਮੈਸੇਜ ਦੇਣ ਲਈ ਕਿ ਜੀ ਆਮ ਆਦਮੀ ਪਾਰਟੀ ਨੂੰ ਕਰੋ। ਪਰ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਅੱਜ ਮੈਂ ਇੱਕ ਖਬਰ ਵੇਰਵੇ ਦੇ ਨਾਲ ਦੇਖੀ ਹੈ ਕਿ ਕਿਵੇਂ ਚੰਡੀਗੜ੍ਹ ਦੇ ਵਿੱਚ ਸਿੱਖ ਬੁੱਧੀਜੀਵੀਆਂ ਦੇ ਇਕੱਠ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇਹ ਕਾਲ ਦਿੱਤੀ ਹੈ ਸਿੱਖਾਂ ਨੂੰ ਪੰਜਾਬ ਔਰ ਭਾਰਤ ਭਰ 'ਚ ਕਿ ਉਹ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ, ਕਿਉਂਕਿ ਉਹਨਾਂ ਨੇ ਜਿਹੜਾ ਸਿੱਖਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਜਿਵੇਂ ਨਵਾਬ ਮਲੇਰਕੋਟਲੇ ਨੇ ਮਾਰਿਆ ਸੀ ਔਰ ਬੜੇ ਥੋੜ੍ਹੇ ਸਮੇਂ 'ਚ ਸਿੱਖਾਂ ਦੇ ਇਸ਼ੂ ਚੁੱਕੇ ਨੇ ਔਰ ਬੜੇ ਕਲੀਨ ਚਿਹਰੇ ਉਭਾਰੇ ਨੇ। ਸੋ ਦੇਖੋ ਅਸੀਂ ਜਿਵੇਂ ਪਹਿਲਾਂ ਵੀ ਕਿਹਾ ਕਿ ਵੀ ਇਹ ਅੰਡਰਸਟੈਂਡੇਬਲ ਹੈ ਕਿ ਜੇ ਕਿਸੇ ਨੂੰ ਕੋਈ ਇੰਡੀਵਿਜੂਅਲ, ਅਸੀਂ ਵੀ ਕੁਛ ਹਮਦਰਦੀ ਰੱਖਦੇ ਹਾਂ ਕੁਛ ਇੰਡੀਵਿਜੂਅਲਸ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਪਰ ਜਦੋਂ ਕਮਿਊਨਿਟੀ ਦਾ ਇਸ ਪੱਧਰ ਦਾ ਜਿਹੜਾ ਇੱਕ ਵਿਦਵਾਨਾਂ ਦਾ ਜਾਂ ਬੁੱਧੀਜੀਵੀਆਂ ਦਾ ਸਰਕਲ ਹੈ ਉਹ ਖੁੱਲ੍ਹ ਕੇ ਉਸ ਏਜੰਡੇ ਦੇ ਉੱਤੇ ਆ ਜਾਂਦਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਪੋਰਟ ਦਾ ਮਤਲਬ ਹੈ ਉਹਨਾਂ ਦੇ ਏਜੰਡੇ ਨੂੰ ਇੰਡੋਰਸ ਕਰਨਾ। ਉਹ ਭਾਰਤ ਮਾਤਾ ਕੀ ਜੈ ਉਹਨਾਂ ਦਾ ਵੰਦੇ ਮਾਤਰਮ ਉਹਨਾਂ ਦਾ ਗੀਤ ਹੈ ਔਰ ਗਾਂਧੀ ਟੋਪੀ ਜਿਹੜਾ ਹੈ ਉਹ ਉਹਨਾਂ ਦਾ ਇਨਸਿਗਨੀਆ ਹੈ। ਸੋ ਜੇ ਇਹੀ ਕੁਛ ਕਰਨਾ ਸੀ ਇੰਨੀਆਂ ਨਸਲ ਕੁਸ਼ੀਆਂ ਫਿਰ ਕਾਹਨੂੰ ਕਰਵਾਉਣੀਆਂ ਸੀ? ਪਹਿਲਾਂ ਹੀ ਜੈ ਪ੍ਰਕਾਸ਼ ਨਾਰਾਇਣ ਦੇ ਵੇਲੇ ਵੀ ਜਿਹੜਾ ਉਹ ਅਕਾਲੀਆਂ ਨੇ ਇਹਨਾਂ ਦਾ ਰਸਤਾ ਚੁਣਿਆ ਸੀ, ਹਾਲਾਂ ਉਹਨਾਂ ਨੇ ਕੋਈ ਪੱਗ ਦੇ ਉੱਤੇ ਟੋਪੀਆਂ ਨਹੀਂ ਸੀ ਰੱਖੀਆਂ ਪਰ ਲਾਈਨ ਤਾਂ ਉਹੀ ਲਈ ਸੀ। ਉਸ ਤੋਂ 47 ਤੋਂ ਪਹਿਲਾਂ ਗਾਂਧੀ ਦਾ ਰਸਤਾ ਚੁਣਿਆ ਸੀ ਅਕਾਲੀਆਂ ਨੇ, ਜਿਹਨਾਂ ਨੂੰ ਅੱਜ ਅਸੀਂ ਭੰਡਦੇ ਹਾਂ ਕਿ ਜੀ ਉਹ ਆਪਣੀ ਆਜ਼ਾਦਾਨਾ ਰੱਖਦੇ, ਉਹ ਇਹਨਾਂ ਦੇ ਕਿਉਂ ਚੜ੍ਹ ਗਏ ਜਹਾਜ਼ ਤੇ, ਇਸ ਗੱਲ ਲਈ ਅਸੀਂ ਔਰ ਮੈਂ ਸਮਝਦਾ ਵੀ ਇਹ ਕੋਈ ਠੀਕ ਲਾਈਨ ਨਹੀਂ ਹੈ ਜਿਹੜੀ ਕਲੈਕਟਿਵਲੀ ਦੇ ਰਹੇ ਨੇ। ਜੇ ਤੁਸੀਂ ਨਹੀਂ ਵੀ ਕਿਸੇ ਕੰਸੈਂਸਸ ਤੇ ਪਹੁੰਚਦੇ ਛੱਡ ਦਿਓ, ਖੁੱਲ੍ਹਾ ਛੱਡ ਦਿਓ, ਨੋ ਓਪੀਨੀਅਨ। ਕੋਈ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਹਰ ਗੱਲ ਦੇ ਉੱਤੇ ਕੋਈ ਕਮੈਂਟ ਕਰਨਾ ਹੁੰਦਾ। ਅਸੀਂ ਕੋਈ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਮੁਹਿੰਮ ਤਾਂ ਨਹੀਂ ਵਿੱਢੀ ਹੋਈ, ਬਟ ਐਟ ਦਾ ਸੇਮ ਟਾਈਮ ਜੇ ਅਸੀਂ ਇਸ ਗੱਲ ਨੂੰ
ਇਸ ਲੈਵਲ ਤੱਕ ਲੈ ਜਾਂਦੇ ਆ ਕਿ ਜੀ ਅੱਜ ਐਂਡੋਰਸ ਕਰਨ ਦੀ ਲੋੜ ਆ ਗਈ ਹੈ। ਇਸ ਦਾ ਮਤਲਬ ਹੈ ਵੀ ਅਸੀਂ ਖਾਲਿਸਤਾਨ ਦਾ ਏਜੰਡਾ ਛੱਡ ਦਿੱਤੇ ਔਰ ਅਸੀਂ ਵਿਦਨ ਦਾ ਇੰਡੀਅਨ ਮੈਪ ਅਸੀਂ ਸਮਝਦੇ ਹਾਂ ਜੀ ਕੋਈ ਨਹੀਂ, ਟੋਪੀ ਜੇ ਉੱਤੋਂ ਦੀ ਪਾਣੀ ਵੀ ਪੈਂਦੀ ਹੈ, ਅੱਜ ਝਾੜੂ ਵੀ ਫੜਿਆ, ਕੋਈ ਗੱਲ ਨਹੀਂ ਹੈ। ਇਹ ਵੀ ਸਿੱਖੀ ਦੇ ਮੁਤਾਬਕ ਸੇਵਾ ਦੇ ਕਨਸੈਪਟ ਤੇ ਲਿਖਣ ਲੱਗ ਜਾਣਗੇ ਜੀ। ਔਰ ਅੱਜ ਮੈਂ ਦੇਖਦਾ ਕਿ ਉਹੀ ਲੋਕ ਜਿਹੜੇ ਕਦੇ ਖਾਲਿਸਤਾਨ ਦੀ ਗੱਲ ਕਰਦੇ ਸੀ, ਅੱਜ ਉਹ ਕਹਿੰਦੇ ਨੇ ਜੀ ਅਸੀਂ ਕੇਜਰੀਵਾਲ ਨਾਲ ਇਸ ਲਈ ਆਏ ਕਿਉਂਕਿ ਸਰਬੱਤ ਦਾ ਭਲਾ ਮੰਗਦਾ। ਵੀ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਕਰ ਰਹੇ ਸੀ ਜਾਂ ਤੁਸੀਂ ਲੋਕ ਉਹਦਾ ਹਿੱਸਾ ਸੀ, ਤੁਸੀਂ ਸਰਬੱਤ ਦੇ ਭਲੇ ਲਈ ਨਹੀਂ ਸੀ ਖਾਲਿਸਤਾਨ ਬਣਾਉਣਾ। ਜੀ ਜੀ। ਸੋ ਉਹ ਤਾਂ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਈਵਨ ਦਾ ਮਰਡਰਰਸ ਹੈਵ देयर ਅਟਰਨੀਜ਼, ਜਿਹੜੇ ਕਾਤਲ ਹੁੰਦੇ ਨੇ ਉਹ ਉਹਨਾਂ ਦੇ ਤਾਂ ਵਕੀਲ ਖਲੋ ਕੇ ਕਹਿੰਦੇ ਨੇ ਜੀ ਕਿ ਮੇਰੇ ਮੌਕਲ ਨੇ ਕਤਲ ਤਾਂ ਨਹੀਂ ਸੀ ਕਰਨਾ ਪਰ ਉਹਨੂੰ ਗੁੱਸਾ ਆ ਗਿਆ, ਗੁੱਸਾ ਇਸ ਕਰਕੇ ਆਇਆ ਵੀ ਆਹ ਹੋਇਆ, ਇਸ ਲਈ ਇਹ ਕਤਲ ਨਹੀਂ ਹੈ, ਉਹ ਵੀ ਤਾਂ ਡਿਫੈਂਡ ਕਰਦੇ ਨੇ ਜੀ। ਸੋ ਦੂਸਰਾ ਪੱਖ ਜਿਹੜਾ ਉਹਨਾਂ ਨੇ ਇੱਕ ਪਾਕਿਸਤਾਨ ਦੀ ਖਬਰ ਦੇ ਹਵਾਲੇ ਨਾਲ ਦਿੱਤਾ ਹੈ ਕਿ ਵੀ ਉੱਥੇ ਇੱਕ ਪਸ਼ਾਵਰ ਦੇ ਵਿੱਚ ਇੱਕ ਕਿੱਸਾ ਬਾਜ਼ਾਰ ਹੈ ਸ਼ਾਇਦ, ਉਸ ਦੇ ਵਿੱਚ ਇੱਕ ਹਕੀਮ ਦੀ ਦੁਕਾਨ ਕਰਦੇ ਸਿੱਖ ਦੇ ਉੱਤੇ ਜਿਹੜਾ ਉਸ ਦਾ ਅਟੈਂਡੈਂਟ ਜਿਹੜਾ ਕਿ ਮੁਸਲਮਾਨ ਸੀ, ਅਫਗਾਨ ਸੀ, ਕੋਈ ਆਏ ਲੁਟੇਰੇ ਸਨ ਜਾਂ ਕੋਈ ਫਿਰੌਤੀ, ਉਹਨਾਂ ਨੇ ਦੋਨਾਂ ਨੂੰ ਹੀ ਮਾਰਿਆ, ਉਸ ਸਿੱਖ ਨੂੰ ਵੀ ਮਾਰਿਆ ਜਿਹੜਾ ਹਕੀਮ ਹੈ, ਉਹਦਾ ਅਟੈਂਡੈਂਟ ਜਿਹੜਾ ਪਠਾਨ ਸੀ ਉਹਨੂੰ ਵੀ ਮਾਰਿਆ ਔਰ ਚਲੇ ਗਏ। ਹੁਣ ਉਹਨੂੰ ਆਧਾਰ ਬਣਾ ਕੇ ਉਹਨਾਂ ਨੇ ਖਬਰ ਕਿਸੇ ਨੇ ਕਿਹਾ ਹੋਣਾ ਕਿ ਜਿਹਨਾਂ ਨੂੰ ਮਾਈਗ੍ਰੇਟ ਕਰੋ, ਤੇ ਨਾਲ ਦੀ ਨਾਲ ਜਿਹੜੀ ਦੂਸਰੀ ਖਬਰ ਚਾਰ ਚੁਫੇਰੇ ਆਈ ਹੈ ਕਿ ਕਿਵੇਂ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਿਹੜਾ ਕਿ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਹੈ ਆਪਣੀ ਦੁਕਾਨ ਦੇ ਖੋਲਣ ਦੇ ਲਈ ਔਰ ਭੰਡਾਰੀ ਪੁਲ ਦੇ ਉੱਤੇ ਬੈਠੇ ਨੇ ਧਰਨਾ ਦੇ ਕੇ ਇੱਕ ਗਰੁੱਪ, ਉਹਨਾਂ ਨੇ ਰੋਕਿਆ, ਉਹਨੂੰ ਬੇਇੱਜ਼ਤ ਕੀਤਾ, ਉਹਦੀ ਦਸਤਾਰ ਲਾਈ ਔਰ ਮਾੜੇ ਸ਼ਬਦ ਬੋਲੇ ਤੇ ਉਹਨਾਂ ਨੇ ਇਹ ਕਿਹਾ ਕਿ ਔਰ ਤੁਸੀਂ ਫੋਟੋ ਸਕਰੀਨ ਦੇ ਉੱਤੇ ਸਾਡੇ ਦਰਸ਼ਕ ਦੇਖ ਸਕਦੇ ਨੇ, ਉਹਨਾਂ ਨੇ ਕਿਹਾ ਕਿ ਜੀ ਜੇ ਇੱਕ ਪਾਸੇ ਦੀ ਖਬਰ ਚੋਂ ਤੁਸੀਂ ਇਹ ਕੱਢ ਲਿਆ ਕਿ ਜੀ ਉਹਨਾਂ ਨੂੰ ਮਾਈਗ੍ਰੇਟ ਕਰੋ ਤੇ ਇਧਰ ਹਾਲ ਦੇਖ ਲਓ ਕਿ ਅੰਮ੍ਰਿਤਧਾਰੀ ਸਿੱਖਾਂ ਦਾ ਗੁਰੂ ਕੀ ਨਗਰੀ ਅੰਮ੍ਰਿਤਸਰ ਔਰ ਅਕਾਲੀਆਂ ਦੀ ਸਰਕਾਰ ਜੀ ਔਰ ਬਿਆਨ ਆ ਗਿਆ ਜਸਦਾਰ ਅਕਾਲ ਤਖਤ ਦਾ, ਮੱਕੜ ਦਾ, ਇਹ ਨਹੀਂ ਹੋਣਾ ਚਾਹੀਦਾ, ਦੇਖ ਲਾਂਗੇ। ਔਰ ਕੀ ਹੋਣਾ ਹਵਾਣਾ ਕੀ ਹੈ, ਉਹੀ ਲੋਕ ਉਹੀ ਮੁੜ ਕੇ ਇਹ ਅਦਾਲਤਾਂ ਦੇ ਚੱਕਰ ਲਾਏਗਾ, ਉਹ ਸਬੂਤ ਲਿਆਓ, ਗਵਾਹੀਆਂ ਉਹਨਾਂ ਨੂੰ ਪੈਸੇ ਦੇ ਕੇ ਕੋਈ ਬਿਠਾ ਦੇਗਾ ਔਰ ਕਿਸੇ ਨੇ ਕੀ ਕਰਨਾ ਅਲਟੀਮੇਟਲੀ। ਸੋ ਇਨ ਦਾ ਐਂਡ ਜਿਹੜੀ ਸਾਡੀ ਸਿਚੁਏਸ਼ਨ ਹੈ ਉਹ ਕੌਮ ਦੀ ਤਰਾਸਦੀ ਵਾਲੀ ਬਣੀ ਹੋਈ ਹੈ। ਸਿਆਸੀ ਤੌਰ ਤੇ ਅਸੀਂ ਇੱਕ ਵਾਰੀ ਫੇਰ ਭੰਬਲ ਭੂਸੇ ਦੇ ਵਿੱਚ ਹੈ, ਉਹਦੇ ਚੋਂ ਇਹ ਝਾੜੂ ਪਾਰਟੀ ਦਾ ਹਮਾਇਤੀ ਗਰੁੱਪ ਨਿਕਲੇ ਔਰ ਦੂਸਰੇ ਪਾਸੇ ਜਿਹੜੀ ਜ਼ਲਾਲਤ ਹੈ ਉਹ ਚਾਰੇ ਪਾਸੇ ਹੈ। ਔਰ ਇਹ ਗੱਲ ਸਾਨੂੰ ਯਾਦ ਕਰਵਾਉਂਦੀ ਹੈ ਬਾਬਾ ਫਰੀਦ ਜੀ ਦਾ ਇਹ ਸ਼ਲੋਕ ਕਿ ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ, ਕਿ ਜਿਹੜੀ ਗੁਲਾਮੀ, ਕਿਸੇ ਦੇ ਬਾਰ ਤੇ ਬਹਿਣਾ, ਕਿਸੇ ਦਾ ਮੁਤਾਜ ਹੋਣਾ, ਇੱਕ ਬੰਦਾ ਮੁਤਾਜ ਹੋ ਜਾਏ ਕਿਸੇ ਬੰਦੇ ਦਾ ਤੇ ਉਹਦਾ ਸੈਲਫ ਰਿਸਪੈਕਟ, ਡਿਗਨਿਟੀ ਖਤਮ ਹੋ ਜਾਂਦੀ ਹੈ ਤੇ ਜਿਹੜੀਆਂ ਕੌਮਾਂ ਬੇਕਾਰ ਹੁੰਦੀਆਂ ਨੇ ਉਹਨਾਂ ਦੇ ਵਿੱਚ ਫਿਰ ਜ਼ਲਾਲਤ ਹੀ ਹੁੰਦੀ ਹੈ, ਗੁਲਾਮੀ ਹੁੰਦੀ ਹੈ ਔਰ ਅਸੀਂ ਅੱਜ ਉਸ ਸਥਿਤੀ ਚੋਂ ਹੀ ਲੰਘ ਰਹੇ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਅਮਰਦੀਪ ਸਿੰਘ ਜੀ ਦਾ ਕਿ ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਫੋਕਸ ਕੀਤਾ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।